ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾ ਏਕ ਓੰਕਾਰ ਸਤਿਗੁਰ ਪ੍ਰਸਾਦਿ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਰਾਗ ਧਨਾਸਰੀ ਬਖਸ਼ਿਸ਼ ਕੀਤਾ, ਉੱਥੇ ਘਰ 12ਵੇਂ ਅੰਦਰ ਸਤਿਗੁਰੂ ਜੀ ਨੇ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ। ਸੰਖੇਪ ਰੂਪ ਦੇ ਅੰਦਰ ਗੁਰੂ ਸਾਹਿਬ ਜੀ ਨੇ ਸ੍ਰੀ ਮੰਗਲ ਬਖਸ਼ਿਸ਼ ਕੀਤਾ ਕਿ ਵਾਹਿਗੁਰੂ ਜੀ ਜੋ ਇੱਕ ਹੈ, ਇੱਕ ਰਸ ਵਿਆਪਕ ਹੈ। ਜਿਸ ਵਾਹਿਗੁਰੂ ਜੀ ਨੂੰ ਜਨਮ ਜਵਾਨੀ ਬੁਢੇਪਾ ਨਹੀਂ ਆਉਂਦਾ। ਸਤਿਗੁਰੂ ਪਿਤਾ ਜੀ ਕਹਿੰਦੇ ਉਹ ਵਾਹਿਗੁਰੂ ਜਿਹੜਾ ਆਦਿ ਜੁਗਾਦ ਸੱਚ ਹੈ ਵੀ ਸੱਚ ਹੈ ਤੇ ਸਦਾ ਸੱਚ ਰਹੇਗਾ। ਉਸ ਪਰਮੇਸ਼ਰ ਦੇ ਨਾਲ ਜੁੜਨਾ ਤੇ ਉਸ ਵਾਹਿਗੁਰੂ ਜੀ ਤੋਂ ਆਨੰਦ ਮੰਗਲ ਕਰਨੇ, ਸੁਖ ਪ੍ਰਾਪਤ ਕਰਨੇ, ਜੀਵਨ ਦੀ ਕਲਿਆਣਤਾ ਹੋ ਜਾਣੀ। ਇਹ ਸਾਰੀਆਂ ਦਾਤਾਂ ਨਾ ਗੁਰੂ ਸਾਹਿਬ ਨੇ ਆਪਣੇ ਇੱਕ ਜੋ ਮਰਿਆਦਾ ਹੈ ਇਸ ਸੰਸਾਰ ਦੀ ਕਿ ਗੁਰੂ ਦੀ ਪ੍ਰਾਪਤੀ ਕਰਕੇ, ਗੁਰੂ ਵਾਲੇ ਬਣ ਕੇ, ਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ, ਗੁਰੂ ਦੀ ਸਿੱਖਿਆ ਤੇ ਤੁਰ ਕੇ, ਗੁਰੂ ਦੇ ਬਚਨ ਕਮਾਇਆ। ਜਦੋਂ ਸਿੱਖ ਗੁਰੂ ਦੇ ਕਹਿ ਲਓ ਕਿਰਪਾ ਦੇ ਪਾਤਰ ਬਣਦਾ ਹੈ, ਫਿਰ ਉਸ ਅਗੰਮੀ ਵਾਹਿਗੁਰੂ ਜੀ ਦੀ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਅੱਗੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਅੱਜ ਦੇ ਮੁੱਖ ਵਾਕ ਦੇ ਅੰਦਰ ਗੁਰੂ ਜੀ ਨੇ ਕੇਵਲ ਇੱਕ ਤੁਕ ਨੂੰ ਹੀ ਰਹਾਉ ਦੀ ਤੁਕ ਵਜੋਂ ਉਚਾਰਨ ਕੀਤਾ। ਜਦੋਂ ਵੀ ਘਰ ਸਹਿਜ ਪਾਠ ਕਰਦੇ ਹਾਂ ਜਾਂ ਆਪ ਕਦੇ ਵੇਲੇ ਕਵੇਲੇ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਵਾਕ ਲਈਏ ਤੇ ਜ਼ਰੂਰੀ ਨਹੀਂ ਦੋ ਤੁਕਾਂ ਪੜ੍ਹ ਕੇ ਤੁਕਾਂ ਨੂੰ ਰਿਪੀਟ ਕਰੀਏ। ਜਦੋਂ ਇੱਕ ਤੁਕ ਦੇ ਅੱਗੇ ਰਹਾਉ ਲੱਗਿਆ ਫਿਰ ਇੱਕ ਤੁਕ ਨੂੰ ਹੀ 2 ਵਾਰ ਪੜ੍ਹਨਾ ਹੁੰਦਾ। ਸੋ ਸਤਿਗੁਰੂ ਪਿਤਾ ਜੀ ਨੇ ਇਸੇ ਤੁਕ ਨੂੰ ਅੱਜ ਦੇ ਸ਼ਬਦ ਦਾ ਜੋ ਕੇਂਦਰ ਮੰਨ ਕੇ ਉਚਾਰਨ ਕੀਤਾ ਕਿ ਆਪਾਂ ਵਾਹਿਗੁਰੂ ਜੀ ਦੇ ਅੱਗੇ ਨਮਸਕਾਰ ਕਰਨੀ ਹੈ, ਵੰਦਨਾ ਕਰਨੀ ਹੈ, ਵਾਹਿਗੁਰੂ ਜੀ ਦੇ ਅੱਗੇ ਆਪਾਂ ਅਰਜ਼ੋਈ ਕਰਨੀ ਹੈ। ਇੱਕ ਸ਼ਬਦ ਸਤਿਗੁਰੂ ਵਰਤਨੇ ਨੇ ਜੁਹਾਰੀ ਕਰਨੀ। ਸੋ ਉਸ ਵਾਹਿਗੁਰੂ ਜੀ ਦੇ ਆਪਾਂ ਗੁਣ ਗਾਣੇ ਆ ਤੇ ਸਤਿਗੁਰੂ ਪਿਤਾ ਜੀ ਨੇ 2 ਗੁਣ ਜਿਹੜੇ ਨੇ ਆਰੰਭਕ ਤੁਕ 'ਚ ਬਖਸ਼ੇ ਨੇ, ਗੋਪਾਲ ਤੇ ਰਾਏ। ਵੈਸੇ ਹਰੀ ਸ਼ਬਦ ਦੇ ਵੀ ਅਰਥ ਸੰਸਕ੍ਰਿਤ ਭਾਸ਼ਾ 'ਚ ਜੋ ਕੀਤੇ ਜਾਂਦੇ ਆ, ਕਿਸੇ ਚੀਜ਼ ਨੂੰ ਹਰ ਲੈਣਾ। ਪੁਰਾਤਨ ਸਮਿਆਂ ਦੇ ਅੰਦਰ ਜਦੋਂ ਗੁਰੂ ਨਾਨਕ ਪਿਤਾ ਜੀ ਦਾ ਅਵਤਰਨ ਨਹੀਂ ਹੋਇਆ, ਸਤਿਗੁਰੂ ਜੀ ਨੇ ਵਾਹਿਗੁਰੂ ਸ਼ਬਦ ਇਸ ਮਾਨਵਤਾ ਨੂੰ ਬਖਸ਼ਿਆ। ਉਸ ਤੋਂ ਪਹਿਲਾਂ ਆਪਣੇ ਆਪਣੇ ਧਰਮਾਂ ਦੇ ਅਨੁਸਾਰ ਸ਼ਬਦਾਂ ਦਾ ਜਾਪ ਜਿਹੜਾ ਉਹ ਹੁੰਦਾ ਰਿਹਾ। ਹਰੀ ਸ਼ਬਦ ਦਾ ਬਹੁਤ ਅਭਿਆਸ ਭਗਤ ਜਿਨ੍ਹਾਂ ਨੇ ਕੀਤਾ। ਇਹਦੇ ਅਰਥ ਨੇ ਸੰਗਤ ਜੀ ਕਿਸੇ ਚੀਜ਼ ਨੂੰ ਹਰ ਲੈਣਾ, ਭਾਵ ਜਿਵੇਂ ਅਸੀਂ ਕਹਿ ਲਈਏ ਕਿ ਆਪਾਂ ਜਦੋਂ ਹਰੀ ਸ਼ਬਦ ਦਾ ਅਭਿਆਸ ਕਰਦੇ ਹਾਂ ਤੇ ਇਸ ਹਰੀ ਸ਼ਬਦ ਨੇ ਸਾਡੇ ਅੰਦਰੋਂ ਵਿਕਾਰਾਂ ਨੂੰ ਕੱਢ ਦੇਣਾ ਹੁੰਦਾ। ਸਾਡਾ ਅੰਤःਕਰਨ ਇੰਨਾ ਸ਼ੁੱਧ ਕਰ ਦੇਣਾ ਕਿ ਉਸ ਅੰਤःਕਰਨ ਦੇ ਅੰਦਰ ਫਿਰ ਵਾਹਿਗੁਰੂ ਜੀ ਆਪ ਆਸਣ ਲਾ ਕੇ ਬਹਿੰਦੇ ਆ। ਮਹਾਂਪੁਰਖਾਂ ਕੋਲੋਂ ਸੁਣਿਆ ਸੀ 5000 ਵਾਰ ਹਰੀ ਸ਼ਬਦ ਕਹੋ ਤੇ ਇੱਕ ਵਾਰੀ ਮੂਲ ਮੰਤਰ ਦਾ ਪਾਠ ਕਰ ਲਓ, ਬਰਾਬਰ ਆ। ਗੁਰੂ ਸਾਹਿਬ ਨੇ ਸਾਨੂੰ ਮਤਲਬ ਥੋੜ੍ਹੇ ਸਮੇਂ 'ਚ ਬਹੁਤਾ ਫਲ ਬਖਸ਼ਿਆ। ਪਰ ਜੇ ਫਿਰ ਵੀ ਅਸੀਂ ਇਸ ਗੁਰੂ ਕੀ ਬਾਣੀ ਨੂੰ ਛੱਡ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਬਹੁਤ ਜਿਵੇਂ ਅਸੀਂ ਕਹਿ ਲਈਏ ਕਿ ਕੀਮਤੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਸਤਿਗੁਰੂ ਜੀ ਦੀ ਬਾਣੀ ਦਾ ਜਿੰਨਾ ਅਭਿਆਸ ਹੋਵੇ ਕਰਨਾ ਚਾਹੀਦਾ ਸੰਗਤ ਜੀ। ਪਰ ਕਈ ਅੱਜ ਅਣਜਾਣ ਸਿੱਖ ਬੜੀ ਭਾਰੀ ਗਿਣਤੀ 'ਚ ਸਤਿਗੁਰੂ ਦੀ ਬਾਣੀ ਨੂੰ ਛੱਡ ਕੇ ਡੇਰੇਦਾਰਾਂ ਦੇ ਮਗਰ, ਸਰੀਰਕ ਗੁਰੂਆਂ ਦੇ ਮਗਰ ਲੱਗੇ ਆ, ਉਹਨਾਂ ਦੇ ਅੱਗੇ ਡੰਡੌਤਾਂ ਕਰਦੇ ਆ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਸਿੱਖ ਦਾ ਜੀਵਨ ਇੱਦਾਂ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸਿੱਖ ਨੂੰ ਤਾਂ ਗੁਰੂ ਸਾਹਿਬ ਜੀ ਨੇ ਬਹੁਤ ਕੀਮਤੀ ਖਜ਼ਾਨਾ ਗੁਰੂ ਕੀ ਬਾਣੀ ਦਾ ਬਖਸ਼ਿਆ। ਖੈਰ, ਗੋਪਾਲ ਸ਼ਬਦ ਦੇ ਅਰਥ ਬਹੁਤ ਵਾਰ ਇੱਥੇ ਕੀਤੇ ਆ। ਗੋ ਮੀਨਾ ਧਰਤੀ ਹੁੰਦਾ, ਪਾਲ ਮੀਨਾ ਪਾਲਣ ਵਾਲਾ ਹੁੰਦਾ, ਤੇ ਰਾਏ ਦੇ ਅਰਥ ਨੇ ਉਹ ਪਰਮਾਤਮਾ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਰਾਜਿਆਂ ਦਾ ਰਾਜਾ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਨਾ ਜਿੱਥੇ ਬਖਸ਼ਿਸ਼ ਕੀਤੀ ਕਿ ਆਓ ਆਪਾਂ ਸਤਿਗੁਰੂ ਦੇ ਅੱਗੇ, ਵਾਹਿਗੁਰੂ ਜੀ ਦੇ ਅੱਗੇ ਵੰਦਨਾ ਕਰੀਏ,
ਮਨ 'ਚ ਆਇਆ ਕਿ ਬਹੁਤ ਵਾਰ ਇਸ ਸ਼ਬਦ ਦੇ ਨਾਲ ਅਰਥ ਕੀਤੇ ਆ। ਸਤਿਗੁਰੂ ਪਿਤਾ ਜੀ ਕੁਝ ਨਵਾਂ ਬਖਸ਼ੋ। ਬੰਧਨ ਸ਼ਬਦ ਜਦੋਂ ਅਸੀਂ ਆਮ ਵੇਖਦੇ ਹਾਂ ਨਾ, ਤੇ ਬੰਧਨ ਸ਼ਬਦ ਜਿਵੇਂ ਸਾਨੂੰ ਬੰਧਨ ਨਹੀਂ ਪੈ ਜਾਂਦੇ ਦੁੱਖਾਂ ਦੇ, ਕਲੇਸ਼ਾਂ ਦੇ, ਇਸ ਰੂਪ 'ਚ ਵੀ ਬਾਣੀ 'ਚ ਆਇਆ। ਪਰ ਉੱਥੇ ਪਾਠ ਬੱਬੇ ਤੇ ਟਿੱਪੀ ਤੇ ਧੱਦੇ ਨਾਲ ਹੋਵੇਗਾ। ਜਦੋਂ ਵੀ ਤੁਸੀਂ ਬਾਣੀ ਪੜ੍ਹੋ, ਇੱਥੇ ਧੱਦੇ ਨਾਲ ਪਾਠ ਹੈ। ਇਸ ਕਰਕੇ ਇਹਦਾ ਅਰਥ ਬਣ ਗਿਆ ਬੰਦਨਾ ਕਰਨੀ, ਨਮਸਕਾਰ ਕਰਨਾ। ਅਸੀਂ ਚਲੋ ਇਹ ਤੁਕਾਂ ਜਦੋਂ ਪੜ੍ਹਦੇ ਹਾਂ ਕਿ ਨਾਰਾਇਣ ਨਰ ਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ। ਬਲ ਬਲ ਜਾਣਾ ਤੇ ਬੰਦਨਾ ਕਰਨੀ, ਵਾਹਿਗੁਰੂ ਜੀ ਦੇ ਗੁਣ ਗਾਣੇ ਸਭ ਇਕੱਠਾ ਹੀ ਹੈ। ਐਸੇ ਗੁਰ ਕੋ ਬਲ ਬਲ ਜਾਈਏ। ਹੁਣ ਇੱਕ ਸਵਾਲ ਪੈਦਾ ਹੋਵੇਗਾ, ਕੈਸੇ ਗੁਰ ਕੋ ਬਲ ਬਲ ਜਾਈਏ? ਮਹਾਰਾਜ ਕਹਿੰਦੇ ਬੰਦਨਾ ਕਰ, ਕਿਸ ਗੁਰੂ ਅੱਗੇ ਬੰਦਨਾ ਕਰੀਏ? ਗੁਣ ਗਾ, ਕਿਸ ਵਾਹਿਗੁਰੂ ਜੀ ਦੇ ਗੁਣ ਗਾਈਏ? ਮਹਾਰਾਜ ਸੱਚੇ ਪਿਤਾ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਜਿਹੜਾ ਵਾਹਿਗੁਰੂ ਜੀ ਰੂਪੀ ਸਤਿਗੁਰੂ ਆਪ ਬੰਧਨਾਂ ਤੋਂ ਆਜ਼ਾਦ ਨੇ, ਆਪ ਉਸ ਪਰਮੇਸ਼ਰ ਨਾਲ ਓਤ-ਪੋਤ ਨੇ, ਤੇ ਸਾਰੀ ਮਨੁੱਖਤਾ ਦਾ ਭਲਾ ਕਰਨ ਦੇ ਲਈ ਗੁਰੂ ਕੀ ਬਾਣੀ ਉਚਾਰਦੇ ਆ, ਸਾਨੂੰ ਅਸੀਸਾਂ ਬਖਸ਼ਦੇ ਆ। ਉਸ ਗੁਰੂ ਦੇ ਲੜ ਲੱਗੀਏ ਤਾਂ ਕਿ ਆਪਾਂ ਵੀ ਜੀਵਨ ਤੋਂ ਕਲਿਆਣਤਾ ਪ੍ਰਾਪਤ ਕਰੀਏ। ਹੁਣ ਆਪਾਂ ਇੱਕ ਸ਼ਬਦ ਰਾਗ ਸੋਠ ਦੇ ਅੰਦਰ ਲੈਣਾ। ਸੱਚੇ ਪਿਤਾ ਮਹਾਰਾਜ ਕਿਰਪਾ ਕਰਨ। ਉਸ ਸ਼ਬਦ ਨੇ ਸਾਨੂੰ ਇਹ ਦੱਸਣਾ ਕਿ ਆਪਾਂ ਬੰਦਨਾ ਕਿਹਦੇ ਅੱਗੇ ਕਰਨੀ ਆ, ਆਪਾਂ ਨਮਸਕਾਰ ਕੇ ਸਤਿਗੁਰੂ ਅੱਗੇ ਕਰਨੀ ਆ, ਤੇ ਗੁਣ ਕਿਸ ਵਾਹਿਗੁਰੂ ਜੀ ਦੇ ਗਾਣੇ ਆ। ਸੋਠ ਰਾਗ ਦੇ ਅੰਦਰ ਉੱਥੇ ਸ੍ਰੀ ਗੁਰੂ ਅਰਜਨ ਦੇਵ ਪਿਤਾ ਇਹ ਕਿਰਪਾ ਕਰਦੇ ਨੇ। ਗੁਰ ਪੂਰਾ ਭੇਟਿਓ ਵਡ ਭਾਗੀ, ਮਨੈ ਭਇਆ ਪਰਗਾਸਾ। ਕਿ ਨਮਸਕਾਰ ਕਿਹਨੂੰ ਕਰਨੀ, ਬਸ ਇਹ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਆਪਾਂ। ਗੁਰ ਪੂਰਾ ਭੇਟਿਓ ਵਡ ਭਾਗੀ, ਜਦੋਂ ਵੱਡੇ ਭਾਗਾਂ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੋਵੇ। ਮਨੈ ਭਇਆ, ਸਾਡੇ ਮਨ ਦੇ ਅੰਦਰ ਪਰਗਾਸਾ, ਕਿਸੇ ਦਾ ਪ੍ਰਗਾਸ ਹੁੰਦਾ, ਚਾਨਣ ਹੁੰਦਾ, ਕਿਉਂਕਿ ਜ਼ਿੰਦਗੀ ਨਾ ਹਨੇਰੇ 'ਚ ਟੱਕਰਾਂ ਮਾਰਦਿਆਂ ਲੰਘ ਜਾਂਦੀ। ਉਹ ਹਨੇਰਾ ਬਾਹਰ ਦਾ ਨਹੀਂ, ਉਹ ਅਗਿਆਨਤਾ ਦਾ ਹਨੇਰਾ। ਤੇ ਅੰਧਕਾਰ ਮਿਲ ਕਬਹੂ ਨਾ ਸੋਈ ਹੈ, ਰਾਣਾ ਰੰਗ ਦੋਨੋਂ ਮਿਲ ਰੋਈ ਹੈ। ਕਹਿੰਦੇ ਅਗਿਆਨਤਾ ਦਾ ਹਨੇਰਾ ਇੰਨਾ ਖਤਰਨਾਕ ਹੈ, ਜੇ ਰਾਜੇ ਦੇ ਪੱਲੇ ਪੈ ਗਿਆ ਤੇ ਉਹ ਵੀ ਦੁਖੀ ਉਮਰ ਭੋਗਿਆ, ਤੇ ਜੇ ਕੰਗਾਲ ਦੇ ਪੱਲੇ ਪੈ ਗਿਆ ਉਹ ਵੀ ਦੁਖੀ ਉਮਰ ਭੋਗਿਆ। ਇਸ ਕਰਕੇ ਇਸ ਹਨੇਰੇ ਨੂੰ ਦੂਰ ਕਿਵੇਂ ਕਰਨਾ? ਗੁਰੂ ਦੇ ਲੜ ਲੱਗ ਕੇ ਕਿ ਗੁਰ ਪੂਰਾ ਭੇਟਿਓ ਵਡ ਭਾਗੀ, ਮਨੈ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ। ਅਸੀਂ ਆਪਣੇ ਮਨ ਨੂੰ ਕਹਿਣਾ ਉਹਨੂੰ ਨਮਸਕਾਰ ਕਰ ਜਿਹਦੇ ਵਰਗਾ ਦੂਜਾ ਕੋਈ ਨਹੀਂ। ਗੁਰੂ ਨਾਨਕ ਵਰਗਾ ਦੂਜਾ ਨਾਨਕ ਨਹੀਂ ਧਰਤੀ ਤੇ। ਗੁਰੂ ਗੋਬਿੰਦ ਸਿੰਘ ਵਰਗਾ ਪੁੱਤਰਾਂ ਦਾ ਦਾਨੀ ਦੂਜਾ ਨਹੀਂ ਧਰਤੀ ਤੇ। ਗੁਰੂ ਗ੍ਰੰਥ ਸਾਹਿਬ ਵਰਗਾ ਇਸ ਧਰਤੀ ਤੇ ਹੋਰ ਇਸ ਸਮੇਂ ਨਾ ਕਲਯੁਗ ਦੇ ਅੰਦਰ ਜਿਹੜਾ ਸਮਾਂ ਵਰਤਮਾਨ ਦਾ ਚੱਲ ਰਿਹਾ, ਇੱਕੋ ਹੀ ਕੌਮ ਹੈ ਜਿਹਦੇ ਕੋਲ ਗੁਰੂ ਆ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਸਭ ਤੋਂ ਵੱਧ ਲੜਾਈਆਂ ਗੁਰੂ ਗ੍ਰੰਥ ਸਾਹਿਬ ਦੀ ਝੂਰੀ 'ਚ ਹੋ ਰਹੀਆਂ, ਸਭ ਤੋਂ ਵੱਧ ਪ੍ਰੋਪੋਗੰਡਾ ਅੱਜ ਵਰਲਡ ਵਾਈਡ ਗੁਰੂ ਦੀ ਝੂਰੀ 'ਚ ਹੋ ਰਿਹਾ। ਸੋ ਮਹਾਰਾਜ ਸੱਚੇ ਪਿਤਾ ਕਹਿੰਦੇ ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਮੈਨੂੰ ਉਸ ਵਾਹਿਗੁਰੂ ਜੀ ਦਾ ਪਰਵਾਸਾ ਹੈ, ਆਸਰਾ ਹੈ, ਜਿਹਦੇ ਵਰਗਾ ਦੂਜਾ ਕੋਈ ਨਹੀਂ, ਮੈਂ ਤੇ ਉਹਨੂੰ ਨਮਸਕਾਰ ਕਰਦਾ। ਫਿਰ ਮਹਾਰਾਜ ਕਹਿੰਦੇ ਆਪਣੇ ਸਤਿਗੁਰ ਕੋ ਬਲਿਹਾਰੈ, ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰਾ। ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ ਕਹਿੰਦੇ ਜਦੋਂ ਇਹਨਾਂ ਨੂੰ ਸ਼ਹੀਦ ਕਰਨ ਲੱਗੇ ਤੇ ਇਹਨਾਂ ਦੇ ਅੱਗੇ ਬੜੇ ਸੁੱਖਾਂ ਦੇ ਰਾਹ ਰੱਖੇ ਉਹਨਾਂ ਨੇ, ਪਰ ਇੱਕੋ ਗੱਲ ਕਹਿੰਦੇ ਸੀ, ਜਿਨ੍ਹਾਂ ਸੁੱਖਾਂ ਦਾ ਤੁਸੀਂ ਲਾਲਚ ਦਿੰਦੇ ਹੋ ਨਾ, ਗੁਰੂ ਸਾਹਿਬ ਜੀ ਨੇ ਉਹ ਸੁੱਖ ਸਾਨੂੰ ਬਾਣੀ ਪੜ੍ਹਦਿਆਂ ਹੀ ਬਖਸ਼ ਦਿੱਤੇ, ਨਾਮ ਜਪਦਿਆਂ ਬਖਸ਼ ਦਿੱਤੇ, ਗੁਰਸਿੱਖਾਂ ਯੋਧਿਆਂ ਦੀ ਸੇਵਾ ਵਿੱਚ ਬਖਸ਼ ਦਿੱਤੇ। ਹਾਂ, ਇੱਕ ਸੁੱਖ ਨਹੀਂ ਅਜੇ ਮਿਲਿਆ, ਉਹ ਸੁੱਖ ਹੈ ਤੁਹਾਡੇ ਕੋਲੋਂ ਬੰਦ ਕਟਾ ਕੇ ਮਿਲਣਾ, ਤੁਹਾਡੇ ਕੋਲੋਂ ਆਰੇ ਨਾਲ ਚਰਵਾ ਕੇ ਮਿਲਣਾ, ਕੋਪਰ ਲੁਹਾ ਕੇ ਮਿਲਣਾ। ਉੱਥੇ ਫਿਰ ਮਹਾਰਾਜ ਸੱਚੇ ਪਿਤਾ ਕਹਿੰਦੇ ਆਗੈ ਸੁਖ ਪਾਛੈ ਸੁਖ ਸਹਿਜਾ। ਇਹ ਮੇਰੇ ਪਿਤਾ ਜੀ ਇੱਦਾਂ ਦਾ ਜੀਵਨ ਬਣਾ ਦਿੰਦੇ। ਘਰ ਆਨੰਦ ਹਮਾਰਾ, ਜੋ ਸਾਡਾ ਹਿਰਦਾ ਰੂਪੀ ਘਰ ਹੈ, ਜਿਹਦੇ ਵਿੱਚ ਕੇਵਲ ਚਿੰਤਾਵਾਂ ਹੀ ਪਈਆਂ, ਟੈਨਸ਼ਨਾਂ ਪਈਆਂ, ਉਹਦੇ ਵਿੱਚ ਆਨੰਦ ਆ ਜਾਂਦਾ ਸੰਗਤ ਜੀ। ਅੱਗੇ ਮਹਾਰਾਜ ਕਹਿੰਦੇ ਅੰਤਰਜਾਮੀ ਕਰਨਾ ਹਾਰਾ, ਸੋਈ ਖਸਮ ਹਮਾਰਾ। ਕਿਹਦੇ ਅੱਗੇ ਨਮਸਕਾਰ ਕਰਨੀ, ਕਿਹਦੇ ਤੋਂ ਬਲ ਜਾਣਾ, ਕਿਹਨੂੰ ਡੰਡੌਤ ਕਰਨੀ, ਕਿਸ ਦੇ ਗੁਣ ਗਾਣੇ?
ਗੁਰੂ ਅਰਜਨ ਦੇ ਪਿਤਾ ਕਹਿੰਦੇ ਜਿਹੜਾ ਅੰਤਰਜਾਮੀ ਆ, ਮੇਰੀਆਂ ਤੁਹਾਡੀਆਂ ਸਾਰਿਆਂ ਦੀਆਂ, ਪਸ਼ੂ ਪੰਛੀਆਂ ਦੀਆਂ, ਜਾਨਵਰਾਂ ਦੀਆਂ ਦਿਲਾਂ ਦੀਆਂ ਜੋ ਜਾਣਦਾ, ਉਹ ਅੰਤਰਜਾਮੀ ਆ। ਤੂੰ ਮਹਾਰਾਜ ਪਿਤਾ ਜੀ ਕਹਿੰਦੇ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਸੋ ਗੁਰੂ ਪਿਤਾ ਜੀ ਕਹਿੰਦੇ ਅੰਤਰਜਾਮੀ ਆ, ਕਰਨਹਾਰਾ, ਤੇ ਕਰਨਹਾਰਾ ਹੁੰਦਾ ਸਾਰੀ ਸਿਰਜਣਾ ਕਰਨ ਵਾਲਾ ਵਾਹਿਗੁਰੂ ਜੀ ਹੈ। ਫਿਰ ਉਸ ਵਾਹਿਗੁਰੂ ਜੀ ਤੋਂ ਮਹਾਰਾਜ ਕਹਿੰਦੇ ਆਪਾਂ ਹਮੇਸ਼ਾ ਹੀ ਸੱਦ ਕੇ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ, ਉਹ ਸਾਡਾ ਖਸਮ ਹੈ। ਖਸਮ ਦੇ ਅਰਥ ਨੇ ਮਾਲਕ ਸੰਗਤ ਜੀ। ਗੁਰੂ ਪਿਤਾ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਬਣ ਜਾਂਦੇ ਆ, ਵਾਹਿਗੁਰੂ ਜੀ ਨੂੰ ਆਪਣਾ ਬਣਾ ਲੈਂਦੇ, ਉਹ ਆਤਮਿਕ ਜੀਵਨ 'ਚ ਖਸਮ ਵਾਲੇ ਬਣ ਕੇ ਸੁਹਾਗਣਾ ਹੋ ਜਾਂਦੀਆਂ ਨੇ। ਅੱਗੇ ਮਹਾਰਾਜ ਕਹਿੰਦੇ ਨਿਰਭਉ, ਜਦੋਂ ਇਸ ਸ਼ਬਦ ਨੂੰ ਪੜ੍ਹਦੇ ਜਾਂਦੇ ਆ ਕਿ ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਧਾਰਾ। ਦੁਨੀਆ ਦੇ ਲੋਗੋ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਦੁਨੀਆ ਦੇ ਲੋਗੋ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਣੀ ਆ, ਤੇ ਮੈਂ ਉਸ ਵਾਹਿਗੁਰੂ ਜੀ ਨੂੰ ਬੰਦਨਾ ਕਰਦੀ ਹਾਂ। ਮੈਂ ਕਿਸੇ ਖੱਬੇ ਸੱਜੇ ਤੇਲ ਨਹੀਂ ਬਾਲਦੀ ਜਾ ਕੇ, ਮੈਂ ਕਿਸੇ ਖੱਬੇ ਸੱਜੇ ਚਾਦਰਾਂ ਨਹੀਂ ਚੜਾਉਂਦੀ ਜਾ ਕੇ, ਮੈਂ ਕੇਵਲ ਉਸ ਵਾਹਿਗੁਰੂ ਜੀ ਦੇ ਨਮਸਕਾਰ 'ਚ ਹਾਂ ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪਿਆ ਨਿਰਭਉ ਹੋ ਜਾਈਦਾ ਹੈ। ਜਿਸ ਵਾਹਿਗੁਰੂ ਜੀ ਦਾ ਨਾਮ ਜਪਿਆ ਜ਼ਿੰਦਗੀ ਦਾ ਮਹਾਰਾਜ ਪਿਤਾ ਜੀ ਕਹਿੰਦੇ ਇੰਨਾ ਮਰਾਤਬਾ ਉੱਚਾ ਹੋ ਜਾਂਦਾ ਕਿ ਉੱਥੇ ਭੈ ਹੀ ਨਹੀਂ ਕਿਸੇ ਗੱਲ ਦਾ ਰਹਿ ਜਾਂਦਾ। ਫਿਰ ਆਪਣੇ ਗੁਰੂ ਤੋਂ ਤਾਂ ਸੱਦ ਕੇ ਜਾਣਾ ਜਿਹੜਾ ਨਾਮ ਇੰਨਾ ਮਹਿੰਗਾ ਕਿਤੋਂ ਮਿਲਦਾ ਹੀ ਨਹੀਂ, ਆਪਣੇ ਆਪ ਨੂੰ ਵੀ ਵਾਰਦੋ ਨਹੀਂ ਮਿਲਦਾ। ਜੋ ਦੁਨੀਆ ਦਾ ਹੈ ਉਹ ਪਦਾਰਥ ਕਹਿ ਦੋ ਕਿ ਅਸੀਂ ਇਹ ਦੇ ਦਿੰਦੇ ਹਾਂ, ਨਾਮ ਮੱਝ ਕਹਿੰਦੇ ਮਿਲਣਾ ਹੀ ਨਹੀਂ। ਕਿਵੇਂ ਮਿਲੇਗਾ? ਬਸ ਗੁਰੂ ਦੇ ਬਣ ਜੀਏ, ਗੁਰੂ ਨੇ ਸਹਿਜੇ ਹੀ ਨਾਮ ਦੀ ਪ੍ਰਾਪਤੀ ਕਰਾ ਦੇਣੀ। ਇੱਕ ਰਾਮ ਨਾਮ ਧਾਰਾ। ਅੱਗੇ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਨਹਾਰਾ। ਸਤਿਗੁਰੂ ਕਹਿੰਦੇ ਨਮਸਕਾਰ ਕਰ ਉਸ ਨੂੰ ਜਿਹਦੇ ਦਰਸ਼ਨ ਕੀਤਿਆਂ ਵੀ ਫਲ ਪ੍ਰਾਪਤ ਹੋਵੇ, ਜਿਹਦੇ ਦਰਸ਼ਨ ਕੀਤਿਆਂ ਸੁਖ ਮਿਲੇ। ਅਕਸਰ ਮਨੁੱਖ ਦੀ ਇੱਕ ਫਿਤਰ ਹੈ, ਬੰਦਾ ਕਹਿੰਦਾ ਫਲਾਣੇ ਦਾ ਮੂੰਹ ਵੇਖ ਲਿਆ ਦਿਨ ਨਹੀਂ ਚੰਗਾ ਲੰਘਿਆ, ਬੰਦਾ ਕਹਿ ਦਿੰਦਾ। ਮਹਾਰਾਜ ਕਹਿੰਦੇ ਬਸ ਸਵੇਰੇ ਇਸ ਵਕਤੇ ਉੱਠ ਕੇ ਗੁਰਦੁਆਰੇ ਆ ਜਾਇਆ ਕਰ, ਆਪਣੇ ਗੁਰੂ ਦੇ ਦਰਸ਼ਨ ਕਰ ਲਿਆ ਕਰ, ਤੈਨੂੰ ਦੁਨੀਆ ਦੇਖਣ ਦੀ ਲੋੜ ਹੀ ਨਾ ਪਵੇ। ਪਹਿਲਾਂ ਮੇਰੇ ਪਿਤਾ ਜੀ ਕਹਿੰਦੇ ਸਫਲ ਦਰਸ਼ਨ, ਵਾਹਿਗੁਰੂ ਜੀ ਦੇ ਦਰਸ਼ਨ ਸਫਲ ਨੇ, 100+ ਫਲ ਦੇਣ ਵਾਲੇ ਆ। ਸਭ ਤੋਂ ਵੱਡੀ ਖੁਸ਼ੀ ਮਹਾਰਾਜ ਇਹੀ ਦੇ ਦਿੰਦੇ ਕਿ ਹਿਰਦੇ 'ਚ ਆਨੰਦ ਆ ਜਾਂਦਾ। ਅਕਾਲ ਮੂਰਤ ਸਦੀਵੀ ਹੈ ਵਾਹਿਗੁਰੂ ਜੀ, ਪ੍ਰਭ ਹੈ ਭੀ ਹੋਵਨਹਾਰਾ, ਹੁਣ ਵੀ ਹੈ ਹੋਵੇਗਾ ਵੀ। ਉਸ ਅਕਾਲ ਪੁਰਖ ਨੂੰ ਨਮਸਕਾਰ ਕਰਨੀ ਹੈ। ਕੰਠ ਲਗਾਏ ਆਪਣੇ ਜਨ ਰਾਖੇ। ਮੇਰੇ ਸਤਿਗੁਰੂ ਕਿੰਨਾ ਪਿਆਰ ਬਖਸ਼ਦੇ ਆ। ਗੁਰੂ ਨਾਨਕ ਜੀ ਦੇ ਆਉਣ ਤੋਂ ਪਹਿਲਾਂ ਰੱਬ ਦਾ ਕਿਸੇ ਨੇ ਤਾਂ ਦਾ ਸੁਭਾਅ ਨਹੀਂ ਦੱਸਿਆ। ਲੋਕਾਂ ਨੇ ਸੂਰਜਾਂ ਨੂੰ ਮੱਥੇ ਟੇਕੇ, ਚੰਦਰਮਾ ਨੂੰ ਮੱਥੇ ਟੇਕੇ, ਗ੍ਰਹਿ ਨਛੱਤਰ ਤਾਂ ਪੂਜੇ, ਪਿੱਪਲਾਂ ਨੂੰ ਰੱਬ ਬਣ ਕੇ ਪੂਜਿਆ, ਭਗਵਾਨ ਤੱਕ ਜਾਣ ਹੀ ਨਾ ਦਿੱਤਾ ਬਾਮਨਾਂ ਨੇ। ਇਹ ਤਾਂ ਮੇਰੇ ਸਤਿਗੁਰੂ ਨੇ ਤਰਸ ਕੀਤਾ। ਮਹਾਰਾਜ ਕਹਿੰਦੇ ਉਹਨੂੰ ਨਮਸਕਾਰ ਕਰ ਜਦੋਂ ਤੂੰ ਦੁੱਖਾਂ 'ਚ ਹੋਵੇ, ਤੈਨੂੰ ਗਲ ਨਾਲ ਲਾ ਕੇ ਤੇ ਤਰਵਾਸ ਦੇਵੇ। ਮਾਂ ਦਿੰਦੀ ਨਾ, ਬਜ਼ੁਰਗ ਦਿੰਦੇ, ਇੰਨੀ ਗੱਲ ਹੀ ਕਹਿ ਦੇਣ ਕੋਈ ਗੱਲ ਨਹੀਂ ਧੀਏ। ਤੇ ਸੰਗਤ ਜੀ ਕਿੱਡਾ ਆਸਰਾ ਮਿਲਦਾ ਉਸ ਬਚਨਾਂ ਵਿੱਚੋਂ। ਕੰਠ ਲਗਾਏ, ਕੰਠ ਕਹਿੰਦੇ ਆਪਣੇ ਛਾਤੀ ਗਲੇ ਨਾਲ ਵਾਹਿਗੁਰੂ ਜੀ ਨਾਲ ਉਹਨੂੰ ਨਮਸਕਾਰ ਕਰਨੀ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣਿਆਂ ਨੂੰ ਰੱਖਦਾ ਆਪਣੇ ਗੱਲ ਨਾਲ ਲਾ ਕੇ। ਪ੍ਰਭ ਮੋਹੇ ਕਬ ਗੱਲ ਲਾਵਾਂਗੇ, ਬਾਣੀ ਅੰਦਰ ਆਉਂਦਾ ਨਾ। ਕੰਠ ਲਗਾਏ ਆਪਣੇ ਜਨ ਰਾਖੇ। ਫਿਰ ਆ ਵੇਖੋ ਕਿੰਨੀ ਕੀਮਤੀ ਮਹਾਰਾਜ ਨੇ ਤੁਕ ਬਖਸ਼ੀ, ਆਪਣੀ ਪ੍ਰੀਤ ਪਿਆਰਾ। ਜਿਹੜੇ ਵਾਹਿਗੁਰੂ ਜੀ ਨੂੰ ਪ੍ਰੀਤ ਕਰਦੇ ਆ, ਵਾਹਿਗੁਰੂ ਜੀ ਉਹਨਾਂ ਪ੍ਰੀਤਾਂ ਕਰਨ ਵਾਲਿਆਂ ਤੇ ਬੜਾ ਪਿਆਰ ਲਟਾਉਂਦੇ ਆ, ਬਹੁਤ ਪਿਆਰ ਲਟਾਉਂਦੇ ਆ। ਸਾਧ ਸੰਗਤ ਜੀ ਉਹਨਾਂ ਤੋਂ ਤਾਂ ਬਾਰਨੇ ਬਨਿਹਾਰ ਨਹੀਂ ਚੱਲ ਜਾਂਦੇ, ਉਹਨਾਂ ਤੋਂ ਤਾਂ ਮੱਝ ਕਹਿੰਦੇ ਨ ਪੁੱਤਰਨ ਕੇ ਸੀਸ ਪਰਿਵਾਰ ਸੁਤਚਾਰ। ਗੁਰੂ ਪਿਤਾ ਕਹਿੰਦੇ ਇੰਨਾ ਸੱਦ ਕੇ ਉੱਥੇ ਫਿਰ ਸੋਹਣ ਸਿੰਘ ਸੀਤਲ ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਇਹ ਹੈ ਗੁਰੂ ਸਾਹਿਬ ਦਾ ਬਿਰਦ ਕਿ ਆਪਣੀ ਪ੍ਰੀਤ ਪਿਆਰਾ ਮੈਨੂੰ ਕੋਈ 5 ਸਿਰ ਦੇਵੇ, ਮੈਂ ਆਪਣਾ ਆਪਾ ਵਾਰ ਦਿਆਂਗਾ। ਗੁਰੂ ਪਿਤਾ ਜੀ ਕਹਿੰਦੇ ਕੋਈ ਮੇਰਾ ਹੋਵੇ ਤਾਂ ਸਹੀ। ਵੱਡੀ ਵਡਿਆਈ ਅਚਰਜ ਸੋਭਾ, ਕਿਹਨੂੰ ਨਮਸਕਾਰ ਕਰਨੀ, ਕਿਹਦੀ ਵਡਿਆਈ ਕਰਨੀ, ਕਿਹਦੇ ਅੱਗੇ ਡੰਡੌਤ ਕਰਨੀ ਜਿਹਦੀ ਸ਼ੋਭਾ ਬੜੀ ਵੱਡੀ ਆ।
ਕਾਰਜ ਆਇਆ ਰਾਸੇ, ਜਿਹਦੇ ਗੁਣ ਗਾ ਕੇ ਜ਼ਿੰਦਗੀ ਦਾ ਹਰ ਕਾਰਜ ਰਾਸ ਹੋ ਜਾਂਦਾ ਹੈ। ਵੱਡੀ ਵਡਿਆਈ ਚਰਚ ਸੋਭਾ ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਵਿਨਾਸੇ। ਇਹੋ ਜਿਹਾ ਗੁਰੂ ਮਿਲ ਪਵੇ ਸੰਗਤ ਜੀ, ਇਹੋ ਜਿਹੇ ਗੁਰੂ ਤੇ ਬਣ ਜਾਈਏ, ਇਹੋ ਜਿਹੇ ਗੁਰੂ ਦੀ ਵਡਿਆਈ ਕਰੀਏ। ਗੁਰੂ ਜੀ ਕਹਿੰਦੇ ਸਗਲੇ ਸਾਰੇ ਦੁਖ ਵਿਨਾਸੇ। ਅਜੇ ਨਾ ਕੁਝ ਦੁੱਖਾਂ ਦਾ ਸਾਨੂੰ ਪਤਾ ਹੀ ਨਹੀਂ ਆ, ਜੋ ਸਾਨੂੰ ਆਉਣੇ ਆ, ਤੇ ਮਾਫ ਕਰਿਓ ਉਹ ਵੀ ਨਹੀਂ ਪਤਾ ਕਿੰਨੇ ਕੱਟ ਦਿੱਤੇ ਗੁਰੂ ਨੇ। ਸਾਨੂੰ ਤੇ ਹੀ ਚੇਤਾ ਨਾ ਮੈਨੂੰ ਆਹ ਵਾ, ਮੈਨੂੰ ਏਦਾਂ, ਮੇਰੀ ਆਹ ਦਵਾਈ ਚੱਲਣ ਦੀ ਨਹੀਂ। ਕਦੇ ਵੀ ਧਿਆਨ ਮਾਰਿਆ ਕਰੋ ਕਿੰਨੇ ਆ ਜਿਹੜੇ ਕੱਟ ਦਿੱਤੇ ਹੋਣਗੇ, ਸਾਨੂੰ ਚੇਤਾ ਹੀ ਨਹੀਂ। ਤੇ ਕਿੰਨੇ ਆ ਜਿਹੜੇ ਹੋਰ ਕੱਟ ਦੇਣੇ। ਕਿਉਂ? ਕਿਉਂਕਿ ਗੁਰੂ ਦੇ ਬਣ ਗਏ ਆਪਾਂ, ਗੁਰੂ ਦੇ ਗੁਣ ਗਾਏ ਆਪਾਂ, ਫਿਰ ਗੁਰੂ ਦਾ ਬਿਰਦ ਹੈ ਸਗਲੇ ਦੁੱਖ ਵਿਨਾਸੇ। ਸੋ ਇਹ ਹੈ ਅੱਜ ਥੋੜਾ ਜਿਹਾ ਇਦਾਂ ਲਿਆ ਸੀ ਕਿ ਆਪਾਂ ਗੁਰੂ ਜੀ ਦੀ ਇਦਾਂ ਉਪਮਾ ਕਰੀਏ। ਰਹਾਓ ਵੱਡਾ ਭਾਗ ਭੇਟੇ ਗੁਰਦੇਵਾ। ਗੁਰੂ ਪਿਤਾ ਜੀ ਜੋ ਦੇਵ ਰੂਪ ਨੇ, ਪ੍ਰਕਾਸ਼ ਰੂਪ ਨੇ, ਸਤਿਗੁਰੂ ਕਹਿੰਦੇ ਉਹ ਵੱਡੇ ਭਾਗਾਂ ਨਾਲ ਹੀ ਮਿਲਦੇ ਆ। ਕੋਟ ਪਰਾਦ ਮਿਟੇ ਹਰ ਸੇਵਾ। ਵਾਹਿਗੁਰੂ ਜੀ ਦੀ ਗੁਰੂ ਘਰ ਦੀ ਸੇਵਾ ਕਰਨ ਨਾਲ ਸੰਗਤ ਦੀ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਆ। ਚਰਨ ਕਮਲ ਜਾਤਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਬਿਆਪੈ। ਜਿਹੜੇ ਆਪਣੇ ਸਤਿਗੁਰੂ ਪਿਤਾ ਜੀ ਦੇ ਚਰਨੀ ਲੱਗ ਜਾਂਦੇ ਆ, ਚਰਨਾਂ 'ਚ ਜੁੜ ਜਾਂਦੇ ਆ, ਉਹਨਾਂ ਦੇ ਗੁਰੂ ਪਿਤਾ ਜੀ ਸੋਗ, ਚਿੰਤਾ, ਅਗਨ, ਚਿੰਤਾ ਦੀ ਜਿਹੜੀ ਅੱਗ ਹੈ ਨਾ, ਗਿੱਲੀ ਪਾਥੀ ਨੂੰ ਕਦੇ ਅੱਗ ਲੱਗੀ ਹੋਏ ਨਾ, ਉਹ ਸ਼ਾਮਾਂ ਨੂੰ ਵੇਖਿਓ ਧੁਖਦੀ ਰਹਿੰਦੀ, ਸੜਦੀ ਨਹੀਂ। ਉਹ ਮਹਾਰਾਜ ਸੱਚੇ ਪਿਤਾ ਕਹਿੰਦੇ ਜੀਵਨ ਵੀ ਤੇ ਇਦਾਂ ਹੀ ਹੈ, ਧੁੱਖਾਂ ਜੋ ਮਾਲੀ, ਜੀਵਨ ਵੀ ਧੋਖਦਾ ਰਹਿੰਦਾ। ਪਰ ਨਹੀਂ, ਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਦੀ ਚਿੰਤਾ ਗੁਰੂ ਨੇ ਦੂਰ ਕਰਤੀ। ਸਾਗਰ ਤਰਿਆ ਸਾਧੂ ਸੰਗੇ। ਆਪਣੇ ਗੁਰੂ ਰੂਪੀ ਸਾਧੂ ਦੇ ਸੰਗ ਕੀਤਿਆਂ ਦੁਨੀਆ ਦਾ ਸਾਗਰ ਵੀ ਸਿੱਖ ਸਹਿਜੇ ਤਰ ਜਾਂਦਾ। ਨਿਰਭਉ ਨਾਮ ਜਪੋ ਹਰ ਰੰਗੇ। ਵਾਹਿਗੁਰੂ ਜੀ ਨੂੰ ਪ੍ਰੇਮ ਕਰਕੇ ਨਿਰਭਉ ਨਾਮ ਦਾ ਅਭਿਆਸ ਕਰੀਏ ਸੰਗਤ ਜੀ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਫਿਰ ਬੰਦਾ ਦੂਜੇ ਦਾ ਧਨ ਵੇਖ ਕੇ ਮਨ ਦੇ ਅੰਦਰ ਪਾਪ ਨਹੀਂ ਜਿਹੜਾ ਉਹ ਪੈਦਾ ਕਰਦਾ। ਦੁਨੀਆ ਦੇ ਹੋਰ ਧਨ ਨੂੰ ਵੇਖ ਕੇ ਅੰਦਰ ਦੋਖ ਨਹੀਂ ਪੈਦਾ ਕਰਦਾ। ਇੱਥੇ ਦੋਖ ਦੇ ਅਰਥ ਦੁੱਖ ਨਹੀਂ, ਦੋਸ਼ ਜਿਹੜੇ ਹੁੰਦੇ ਨਾ ਉਹਨਾਂ ਦੀ ਗੱਲ ਮਹਾਰਾਜ ਕਹਿੰਦੇ। ਜਮ ਜੰਧਾਰ ਨਾ ਆਵੇ ਨੇੜੇ। ਵੇਖੋ ਤੁਕ ਕਿਹੜੀ ਅੱਜ ਚੱਲ ਰਹੀ, ਬਸ ਬੰਧਨਾ ਹਰ ਬੰਧਨਾ। ਉਹਦਾ ਫਲ ਸਾਨੂੰ ਕਿੰਨਾ ਮਿਲਦਾ ਪਿਆ ਇਹ ਸਾਰੀਆਂ ਤੁਕਾਂ 'ਚ। ਹੁਣ ਇੱਕ ਵੱਡਾ ਹੋਰ ਫਲ ਇਹ ਮਿਲ ਗਿਆ ਕਿ ਜੰਮ ਵੀ ਨੇੜੇ ਨਹੀਂ ਆਉਂਦਾ। ਜੰਮ ਜੰਧਾਰ ਜਿਹੜੇ ਬੜੇ ਕਰੜੇ ਸੁਭਾਅ ਦੇ ਨੇ, ਮਹਾਰਾਜ ਕਹਿੰਦੇ ਉਹ ਵੀ ਨੇੜੇ ਨਹੀਂ ਆਉਂਦੇ। ਤ੍ਰਿਸ਼ਨਾਗਨ ਪ੍ਰਭ ਆਪ ਬੁਝਾਈ। ਉੱਪਰ ਅਗਨ ਦੇ ਨਾਲ ਸੋਗ ਸੀ, ਸੋਗ ਅਗਨ। ਇੱਥੇ ਤ੍ਰਿਸ਼ਨਾ ਅਗਨ ਹੈ। ਸੋਗ ਦਾ ਭਾਵ ਚਿੰਤਾ ਹੋ ਗਈ, ਤੇ ਤ੍ਰਿਸ਼ਨਾ ਉਹ ਮਨ ਹੈ। ਕਈ ਵਾਰੀ ਦੱਸਿਆ ਨਾ, ਜਿਵੇਂ ਬਾਲਟੀ ਦਾ ਤਲਾ ਟੁੱਟਾ ਤੇ ਅਸੀਂ ਜਿੰਨਾ ਮਰਜ਼ੀ ਚਾਹੀਏ ਪਾਣੀ ਭਰ ਲਈਏ, ਸਾਰੀ ਉਮਰ ਲੱਗੀ ਰਹੀਏ, ਉਸ ਬਾਲਟੀ 'ਚ ਪਾਣੀ ਨਹੀਂ ਭਰਿਆ ਜਾਣਾ। ਕਿਉਂ? ਕਿਉਂਕਿ ਉਹਦਾ ਤਲਾ ਹੀ ਨਹੀਂ ਹੈਗਾ। ਮਹਾਰਾਜ ਕਹਿੰਦੇ ਜਿਸ ਮਨ ਦੇ ਅੰਦਰ ਤ੍ਰਿਸ਼ਨਾ ਨਾ, ਉੱਚੇ ਅਰਬਾਂ ਦਾ ਧਨ ਪਾ ਦਿਓ, ਦੁਨੀਆ ਜਿੱਤ ਕੇ ਪਾ ਦਿਓ, ਮਨ ਨੇ ਵੀ ਨਹੀਂ ਭਰਨਾ। ਕਿਉਂਕਿ ਕਿਤੇ ਥਾਂ ਹੀ ਨਹੀਂ ਜਿੱਥੇ ਖਲੋਵੇ ਜਾ ਕੇ। ਉਹ ਤਲਾ ਹੈ ਸੰਤੋਖ ਦਾ। ਉਹ ਫਿਰ ਗੁਰੂ ਜੀ ਬਖਸ਼ ਦਿੰਦੇ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਕੇ। ਨਾਨਕ ਉਦਰੇ ਪ੍ਰਭ ਸਰਨਾਈ। ਸੰਗਤ ਜੀ ਗੁਰੂ ਸਾਹਿਬ ਦੇ ਕੋਲ ਰਿਹਾ ਸਾਡਾ ਉਧਾਰ ਵੀ ਹੋ ਜਾਂਦਾ ਹੈ। ਜਿਵੇਂ ਅਸੀਂ ਆਮ ਕਹਿੰਦੇ ਫਲਾਣੇ ਦੀ ਗਤਿਆ ਨਹੀਂ ਹੋਈ, ਹੋਵੇ ਕਿੱਥੋਂ, ਬਾਣੀ ਤੇ ਕਦੇ ਪੜ੍ਹੀ ਨਹੀਂ, ਅੰਮ੍ਰਿਤ ਤੇ ਛਕਿਆ ਨਹੀਂ, ਸਿੱਖਾਂ ਆਪਾਂ ਕਦੇ ਜਪਜੀ ਦੇ ਦਰਸ਼ਨ ਨਹੀਂ ਕੀਤੇ, ਗਤਿਆ ਫਿਰ ਅਸੀਂ ਬਾਬਿਆਂ ਤੋਂ ਕਰਾਣੀ ਜਾ ਕੇ। ਮੱਝ ਕਹਿੰਦੇ ਭਾਈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਲੀਏ। ਆਪ ਬਾਣੀ ਪੜੋ, ਨਾਮ ਜਪੋ, ਚੰਗੇ ਕਰਮ ਜਿੰਨੇ ਹੁੰਦੇ ਆ ਉਨੇ ਕਰੋ। ਗੁਰੂ ਜੀ ਆਪਣੀ ਸ਼ਰਨੀ ਰੱਖ ਕੇ ਸਾਡਾ ਉਧਾਰ ਕਲਿਆਣ ਗਤਿਆ ਕਰ ਦਿੰਦੇ ਨੇ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।